पिछली बारी देखते पे ही छुटकारे के विषय च ना फसे दे पर्व वो तो अगे फिर एक कंटिन्यू करा एक होर स्टोरी मैं तुहानूं अज लैके आना उत्पत्ति चैप्टर नंबर 3 नंबर चैप्टर। हाँ जी वर्ष नंबर 25। ਯਕੂਬ ਨੇ ਲਬਾਨ ਨੂੰ ਆਖਿਆ ਮੈਨੂੰ ਵਿਦਿਆ ਕਰ ਤਾਂ ਜੋ ਮੈਂ ਆਪਣੇ ਸਥਾਨ ਅਤੇ ਆਪਣੇ ਦੇਸ਼ ਨੂੰ ਚਲਿਆ ਜਾਵਾਂ। हाँ जी बस आमीन। ਯਕੂਬ ਦੇ ਕਿੰਨੇ ਬੱਚੇ ਸੀ? हाँ जी छुटकारे थे वही सेम अगला टॉपिक। ਯਕੂਬ ਦੇ ਕਿੰਨੇ ਬੱਚੇ ਸੀ? ਹੁਣ ਤੱਕ ਉਹਦੇ ਕਿੰਨੇ ਹੋ ਗਏ? ਕਿੰਨੇ ਗਿਣੇ ਨਹੀਂ ਹੁਣ ਤੱਕ? ਨਹੀਂ ਹੁਣ ਤੱਕ ਮੈਂ ਵੀ ਤੁਸੀਂ ਵੀ ਆ ਜੀ ਆਪਣੇ नहीं ਹੁਣ तक मतलब उत्पत्ति की आप गल करते हैं 27 चैप्टर तक। उत्पत्ति जी किन्ने आ 30 चैप्टर जो आप वर्ष पढ़ी वर्ष नंबर 25 पढ़ी उस तो पहले तो किन्ने बच्चे हो चुके? 11 हाँ जी 11 कि 12? ਜੀ 12 ਸੀ ਇੱਕ ਉਹਦੀ ਘਰ ਦੀ ਮਰਜ਼ੀ 12 ਪਹਿਲਾਂ ਉਹਦੇ ਕਿੰਨੇ ਬੱਚੇ ਸੀ ਯਕੂਬ ਦੇ? 12 13 ਬੱਚੇ। ठीक है 12 बेटे थे एक बेटी। ਹੁਣ तक ਉਹਦੇ ਕਿੰਨੇ ਹੋ ਗਏ? नहीं ਹੁਣ तक यूसुफ तक हाँ जिथे आप वर्ष पढ़ी 25 नंबर वर्ष ਹੁਣ तक किन्ने हो गए? 12 हो गए क्योंकि एक ही कौन आना बिन्यामीन होने वाला। ठीक है ਹੁਣ ਉਹਦੇ 12 ਬੱਚੇ ਹੋ ਗਏ थे इतों तक। पर वर्ष नंबर 25 पढ़े च लिखा कि ਜਦੋਂ कौन पैदा होया? यूसुफ पैदा होया। फिर उन्हें की किया? ਆਉਂ ਹੋਇਆ ਜਦ ਯੂਸੁਫ ਅਰਜ਼ੀਲ ਤੋਂ ਜੰਮਿਆ ਤਾਂ ਯਕੂਬ ਨੇ ਲਬਾਨ ਨੂੰ ਆਖਿਆ ਮੈਨੂੰ ਵਿਦਿਆ ਕਰ ਤਾਂ ਜੋ ਮੈਂ ਆਪਣੇ ਸਥਾਨ ਅਤੇ ਆਪਣੇ ਦੇਸ਼ ਨੂੰ ਚਲਿਆ ਜਾਵਾਂ। हाँ जी ਹੁਣ ਕੀ ਹੋਇਆ थे? ਜਦੋਂ यूसुफ पैदा होया ਉਦੋਂ ਉਹਦੇ ਪਿਤਾ ਨੇ ਕੀ ਕਿਹਾ? ਤੁਹਾਡੀ ਫੀਲਿੰਗ ਮੈਂ ਪੂਰੀ ਸਮਝ ਗਿਆ। ਠੀਕ ਹੈ ਉਹਨਾਂ ਨੇ ਕੀ ਕਿਹਾ ਕਿ ਮੈਨੂੰ ਭੇਜ ਦੇ। ਠੀਕ ਹੈ ਪਰ ਸਵਾਲ ਆਉਂਦਾ ਕਿ ਹੁਣ ਕਿਉਂ? ਆਲਰੇਡੀ 11 ਹੋ ਚੁੱਕੇ ਆ 12ਵਾਂ ਗਾ ਹੁਣ ਕਿਉਂ? ਇਸ ਤੋਂ ਪਹਿਲਾਂ ਕਿਉਂ ਨਹੀਂ? ਹਾਂਜੀ ਵੰਸ਼ ਦਾ ਆਲਰੇਡੀ ਚੱਲ ਗਿਆ 11 ਤੇ ਆਲਰੇਡੀ ਹੋ ਗਏ। ਹੁਣ ਨਾ ਇਸ ਤੋਂ ਪਹਿਲਾਂ ਯਹੂਦਾ ਤੇ ਆਲਰੇਡੀ ਹੋ ਚੁੱਕਾ ਨਾ ਜਿੱਤਾ ਆਪਾਂ ਯਿਸੂ ਮਸੀਹ ਨੂੰ ਕਹਿੰਦੇ। ਉਹਨਾਂ ਚੀਟ ਕਰਦਾ ਸੀ ਪਰ ਹੁਣ ਹੀ ਕਿਉਂ? 12ਵੇਂ ਤੇ ਕਿਉਂ ਉਹਨੇ? ਪਹਿਲੇ ਦੇ ਕਿਉਂ ਨਹੀਂ? ਦੂਜੇ ਦੇ ਕਿਉਂ ਨਹੀਂ? ਤੀਜੇ ਦੇ ਕਿਉਂ ਨਹੀਂ? ਤੁਸੀਂ ਕਿਉਂ ਵੇਟ ਕੀਤੇ ਇੰਨੇ ਟਾਈਮ? ਠੀਕ ਹੈ ਫਿਰ ਯੂਸੁਫ ਹੈ ਉਹਦਾ ਹੀ ਕਿਉਂ? ਠੀਕ ਹੈ ਬਾਈਬਲ ਦਾ ਆਪਾਂ ਵੇਖਦੇ ਹਾਂ ਆਨਸਰ ਕੀ ਆ। ਹਾਂਜੀ ਨਹੀਂ ਪਰ ਇੱਥੇ ਮੈਂ ਸਵਾਲ ਇਹੀ ਹੈਗਾ ਕਿ ਯੂਸੁਫ ਤੇ ਕਿਉਂ? ਆਨਸਰ ਇਹਦੇ ਵਿੱਚ ਹੈਗਾ ਇਸੇ ਵਰਸ ਵਿੱਚ ਹੀ। ਰਾਹੇਲ ਨੂੰ ਬਲੈਸ ਕੀਤਾ ਸੀ ਕਿੰਨੇ? ਪਰਮੇਸ਼ਵਰ ਨੇ ਤੇ ਯਾਕੂਬ ਨੂੰ ਵੀ ਬਲੈਸ ਕੀਤਾ ਸੀ। ਠੀਕ ਹੈ ਪਰ ਜੇ ਤੇ ਰਾਹੇਲ ਬਾਰੇ ਪੜੋਗੇ ਤੇ ਰਾਹੇਲ ਨੂੰ ਤੇ ਰਾਹੇਲ ਦੀ ਤੇ ਮਤਲਬ ਸੰਤਾਨ ਹੀ ਕੋਈ ਨਹੀਂ ਰਹੀ ਇੱਕ ਤਰੀਕੇ ਨਾਲ ਨਾ ਕਿੰਨਾ ਟਾਈਮ। ਤੇ ਰਾਹੇਲ ਉਹ ਆ ਜਿਹੜੀ ਮੂਰਤੀਆਂ ਚੁੱਕ ਲਈ ਸੀ। ਠੀਕ ਹੈ ਸਟੋਰੀ ਨਹੀਂ ਮੈਚ ਹੁੰਦੀ ਵੀ। ਸੋ ਸਟੋਰੀ ਕੀ ਆ ਜੇ ਧਿਆਨ ਰੱਖੋਗੇ ਲਿਖਿਆ ਜਦੋਂ ਰਾਹੇਲ ਤੋਂ ਯੂਸੁਫ ਉਤਪੰਨ ਹੋਇਆ ਇਸ ਤੋਂ ਪਹਿਲਾਂ ਜਿਹੜੇ ਸੰਤਾਨ ਸੀ ਉਹ ਕਿਤੋਂ ਉਤਪੰਨ ਹੁੰਦੀ ਪਈ? ਬਾਕੀਆਂ ਤੋਂ ਇੱਕ ਲੀਆ ਤੋਂ ਬਾਕੀ ਉਹਨਾਂ ਤੋਂ ਨਾ। ਹੁਣ ਇੱਥੇ ਸਪੈਸ਼ਲ ਕੀ ਹੋ ਗਿਆ? ਹੁਣ ਕਿਤੋਂ ਹੋ ਗਈ? ਰਾਹੇਲ ਤੋਂ। ਇੱਥੇ ਸਾਰੀ ਸਟੋਰੀ ਚੇਂਜ ਹੋ ਜਾਂਦੀ ਉਹਨੂੰ ਕੀ ਲੱਗਦਾ? ਠੀਕ ਹੈ ਹੁਣ ਉਹਨੇ ਕਿਉਂ ਕੀ ਸੋਚ ਕਿੰਨੇ ਇੱਦਾਂ ਕੀਤਾ? ਕਿਉਂਕਿ ਆਪਾਂ ਬਾਈਬਲ ਕੀ ਕਰਦੇ ਆਪਾਂ ਸੋਚਦੇ ਹਾਂ ਕਿ ਜਿਹੜਾ ਚੈਪਟਰ ਜਿੱਥੇ ਖਤਮ ਹੋ ਗਿਆ ਸਟੋਰੀ ਉੱਥੇ ਖਤਮ ਆ ਹੁਣ ਅਗਲੀ ਸਟੋਰੀ ਪੜ੍ਹੀਏ। ਠੀਕ ਹੈ ਮੈਨੂੰ ਸਮਝ ਲੱਗ ਗਈ ਸਾਰੀ। ਪਰ ਤੁਸੀਂ ਵੇਖੋਗੇ ਕਿ ਉਹ ਕਿੱਦਾਂ ਸੋਚਦਾ ਯਾਕੂਬ ਕਿੱਦਾਂ ਸੋਚਦਾ। ਜਦੋਂ ਵੇਖੋਗੇ उत्पत्ति 15 चैप्टर ਤੇ ਵਰਸ ਨੰਬਰ 15 15 ਤੇ 16 15 ਤੇ 15 16 ਪਰ ਤੂੰ ਆਪਣੇ ਪਿਓ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ। ਹਾਂਜੀ ਤੂੰ ਚੰਗੇ ਬਿਠੂਣੇ ਵਿੱਚ ਰਖਵਾਇਆ ਜਾਵੇਗਾ। ਹਾਂਜੀ ਅਤੇ ਚੌਥੀ ਪੀੜ੍ਹੀ ਵਿੱਚ ਉਹ ਇੱਧਰ ਫੇਰ ਮੁੜਨਗੇ। ਹਾਂਜੀ। ਕਿਉਂ
ਅਮੋਰੀਆ ਦੀ ਗੁਰਿਆਈ ਅਜੇ ਪੂਰੀ ਨਹੀਂ ਹੋਈ। ਆ ਗੱਲ ਪਰਮੇਸ਼ਰ ਨੇ ਕਿਹਨੂੰ ਕਹੀ ਸੀ ਕਿ ਵਾਪਸ ਆਣਗੇ ਉਹ? ਅਬਰਾਮ ਨੂੰ ਕਹੀ ਸੀ। ਕੀ ਕਿਹਾ ਸੀ ਕਿ ਤੇਰੀ ਸੰਤਾਨ ਕਿੱਥੇ ਜਾਊਗੀ? ਗੁਲਾਮੀ 'ਚ ਜਾਊਗੀ। ਠੀਕ ਹੈ, ਸੰਤਾਨ ਗੁਲਾਮੀ 'ਚ ਜਾਊਗੀ ਤੇ ਗੁਲਾਮੀ ਤੋਂ ਵਾਪਸ ਆਊਗੀ। ਕਿੰਨੇ ਸਾਲ ਗੁਲਾਮ ਰਹਿਣਗੇ? ਅਸੀਂ ਪਾਸਟਰ ਜੀ ਦਾ ਸਵਾਗਤ ਕਰਦੇ ਹਾਂ। ਠੀਕ ਹੈ, ਵਰਸ ਨੰਬਰ 13 ਕੀ ਕਹਿੰਦੀ? ਕਿੰਨੇ ਸਾਲ ਤੱਕ ਉਹ ਰਹਿਣਗੇ? ਕਿੰਨੇ ਸਾਲ ਤੱਕ ਗੁਲਾਮ ਰਹਿਣਗੇ? 400 ਸਾਲ ਤੱਕ, ਹੈ ਨਾ। ਹੁਣ ਇੱਥੇ ਕੀ ਲਿਖਿਆ? ਕਿੰਨਵੀਂ ਪੀੜ੍ਹੀ 'ਚ ਵਾਪਸ ਆਣਗੇ? ਚੌਥੀ ਪੀੜ੍ਹੀ 'ਚ। ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸਿਓ, ਮੈਂ ਇੱਕ ਸਵਾਲ ਪੁੱਛਦਾ, ਇੱਕ ਸਿੰਪਲ ਜਿਹਾ ਸਵਾਲ। ਠੀਕ ਹੈ, ਤੁਸੀਂ ਆਪਣੇ ਦਾਦਾ ਜੀ ਨੇ ਕਦੋਂ ਵੇਖਿਆ ਸੀ ਲਾਸਟ ਟਾਈਮ? ਮੈਂ ਵੇਖਿਆ ਨਹੀਂ ਵੇਖਿਆ? ਕਦੋਂ ਹੈਗੇ ਸੀ ਉਹ? ਕਿਹੜੇ ਸਾਲ 'ਚ ਤੁਹਾਨੂੰ ਲੱਗਦਾ ਹੋਣਗੇ ਉਹ? ਦੱਸਿਆ ਵੀ ਨਹੀਂ ਕਰਦੇ। ਹਾਂਜੀ, ਮੰਮੀ ਦੇ ਇੱਥੇ ਆਏ। ਹਾਂਜੀ, ਹੋਰ ਕਿਸੇ ਨੂੰ? ਮੈਂ ਜੋਨ ਭਾਈ ਨੂੰ ਪੁੱਛ ਲੈਣਾ, ਤੁਸੀਂ ਕਦੋਂ ਵੇਖਿਆ ਹੈ? ਹਾਂਜੀ, ਛੋਟੇ ਹੋ ਗਏ, ਹੈ ਨਾ। ਕਿਹੜੇ ਸਾਲ 'ਚ? ਹਾਂਜੀ, ਜੋ 2-2.5 ਸਾਲ ਦੇ, ਉਦੋਂ 1900 ਕਿਹੜਾ ਸੀ ਸਾਲ? ਹਾਂਜੀ, 97 'ਚ, ਹੈ ਨਾ। ਉਦੋਂ ਤੁਸੀਂ ਆਪਣੇ ਦਾਦਾ ਜੀ ਨੂੰ ਲਾਸਟ ਵੇਖਿਆ। ਠੀਕ ਆ, ਤੁਹਾਡੇ ਜਿਹੜੇ ਉਸ ਤੋਂ ਉੱਪਰ ਸੀ ਉਹਨਾਂ ਨੂੰ ਕਦੋਂ ਵੇਖਿਆ? ਹਾਂਜੀ, ਚਲੋ ਮੈਂ ਇੱਥੇ ਖਤਮ ਕਰਦਾ। ਇਹਨਾਂ ਨੇ ਕਿਹਾ ਕਿ ਇਹਨਾਂ ਨੇ ਆਪਣੇ ਦਾਦਾ ਨੂੰ ਕਿਹੜੇ ਸਾਲ 'ਚ ਵੇਖਿਆ? 1900 ਹਾਂਜੀ 97 'ਚ। ਦਾਦੇ ਦੀ ਗੱਲ ਕਰਿਆ, ਹੈ ਨਾ। ਹੁਣ ਕਿੰਨੀ ਪੀੜ੍ਹੀਆਂ ਹੋ ਗਈਆਂ ਇੱਥੇ? ਤੀਸਰੀ ਕਿੱਦਾਂ? ਇੱਕ ਦਾਦਾ ਜੀ ਦੀ, ਇੱਕ ਪਿਤਾ ਜੀ ਦੀ, ਇੱਕ ਆਪਣੀ, ਇੱਕ ਅੱਗੇ ਸੰਤਾਨ ਹੀ ਹੋ ਗਈ। ਕਿੰਨੇ ਸਾਲ ਹੋ ਗਏ? ਕਿੰਨੇ ਸਾਲ ਦਾ ਟਾਈਮ ਹੈਗਾ ਪੂਰਾ? ਤੁਹਾਡੇ ਖਿਆਲ ਨਾਲ ਤੁਹਾਡੇ ਦਾਦਾ ਜੀ ਦੀ ਉਮਰ ਕਿੰਨੀ ਹੋਊਗੀ? ਮਤਲਬ ਮੈਨੂੰ ਤਾਂ ਪਤਾ, ਮੈਂ ਇਸ ਲਈ ਪੁੱਛ ਰਿਹਾ। ਹਾਂਜੀ, ਦਾਦਾ ਜੀ ਦੀ ਉਮਰ 46-47 ਸਾਲ। ਟੋਟਲ ਉਮਰ ਕਿੰਨੀ ਰਹੀ ਉਹਨਾਂ ਦੀ? 70-80 ਕੁਛ ਨਹੀਂ ਯਾਦ? ਠੀਕ ਹੈ, ਮੈਂ ਤੁਹਾਨੂੰ ਕਹਿਣਾ ਕੀ ਚਾਹ ਰਿਹਾ, ਇਹਨਾਂ ਨੇ ਕਿਹਾ ਕਿ 1996-1997, ਹੈ ਨਾ। ਮੰਨ ਲਓ ਆਪਾਂ 70-80 ਲਾ ਲੈਂਦੇ। ਇਹ ਮਤਲਬ ਉਹਨਾਂ ਦਾ ਬਰਥ ਕਦੋਂ ਹੋਊਗਾ? ਕਿਹੜੇ ਸਾਲ 'ਚ? 1910-1920। ਅੱਜ ਆਪਾਂ ਕਿਹੜੇ ਸਾਲ 'ਚ ਹੈਗੇ? 2000। ਕਿੰਨੇ ਸਾਲ ਹੋ ਗਏ? 100 ਸਾਲ। 100 ਸਾਲ 'ਚ ਕਿੰਨੀ ਪੀੜ੍ਹੀਆਂ ਹੋ ਗਈਆਂ? 4। ਸਿੰਪਲ ਚੀਜ਼। ਬਾਈਬਲ ਕੀ ਕਹਿੰਦੀ? ਉਹ ਕਿੰਨੇ ਸਾਲ ਬਾਅਦ 'ਚੋਂ ਕਿੰਨੇ ਸਾਲ ਉੱਥੇ ਦੁੱਖ ਭੋਗਣਗੇ? ਕਿੰਨੇ ਸਾਲ ਦੁੱਖ ਭੋਗਣਗੇ ਤੇ ਕਿੰਨਵੀਂ ਪੀੜ੍ਹੀ 'ਚ ਵਾਪਸ ਆਣਗੇ? ਹੁੰਦਾ ਪਿਆ ਮੈਚ? ਨਹੀਂ ਨਾ ਮੈਚ ਹੁੰਦਾ ਪਿਆ, ਕਿਉਂਕਿ 100 ਸਾਲ 'ਚ ਇੱਥੇ ਕਿੰਨੀ ਪੀੜ੍ਹੀਆਂ ਹੁੰਦੀਆਂ ਪਈਆਂ? 4। ਉੱਥੇ ਲਿਖਿਆ 400 ਸਾਲ ਬਾਅਦ ਚੌਥੀ ਪੀੜ੍ਹੀ 'ਚ ਵਾਪਸ ਆਣਗੇ। ਇਹ ਕਿੱਦਾਂ? 400 ਸਾਲ 'ਚ ਤੇ 16 ਪੀੜ੍ਹੀਆਂ ਨਿਕਲ ਜਾਂਦੀਆਂ ਉਸ ਹਿਸਾਬ ਨਾਲ। ਠੀਕ ਹੈ, ਬਟ ਇੱਥੇ ਬਾਈਬਲ ਇੱਦਾਂ ਕਿਉਂ ਕਹਿ ਰਹੀ ਆ ਕਿ 400 ਸਾਲ ਗੁਲਾਮੀ 'ਚ ਰਹਿਣਗੇ ਤੇ ਚੌਥੀ ਪੀੜ੍ਹੀ 'ਚ ਵਾਪਸ ਆਣਗੇ? ਠੀਕ ਹੈ, ਕਿਉਂਕਿ ਤੁਹਾਨੂੰ ਬੜੇ ਧਿਆਨ ਨਾਲ ਸਮਝਣਾ ਪੈਣਾ। ਇੱਥੇ ਆਪਾਂ ਉਮਰ ਗੱਲ ਕਰਦੇ ਹਾਂ 70-80 ਸਾਲ, ਹੈ ਨਾ। ਉੱਥੇ ਉਮਰਾਂ ਕਿੰਨੀ ਵੱਡੀਆਂ? ਉੱਥੇ ਤਾਂ ਨਹੀਂ ਬਣਦਾ ਇਸ ਤਰੀਕੇ ਨਾਲ ਕਿ 400 ਸਾਲ ਬਾਅਦ ਉਹ ਚੌਥੀ ਪੀੜ੍ਹੀ 'ਚ ਵਾਪਸ ਆਣ। ਫਿਰ ਇਹਦਾ ਸੀਕਰਟ ਕੀ ਹੈਗਾ? ਭੇਤ ਕੀ ਹੈਗਾ? ਕਿਉਂ ਪਰਮੇਸ਼ਰ ਇੱਦਾਂ ਕਿਹਾ ਕਿ ਚੌਥੀ ਪੀੜ੍ਹੀ 'ਚ ਵਾਪਸ ਆਣਗੇ? ਤੇ ਸਾਨੂੰ ਆਹ ਚੀਜ਼ ਕਿੱਦਾਂ ਫਾਈਂਡ ਕਰਨੀ ਪਊਗੀ ਕਿ ਚੌਥੀ ਪੀੜ੍ਹੀ 'ਚ ਵਾਪਸ ਆਏ? ਤੁਸੀਂ ਹੁਣ ਧਿਆਨ ਨਾਲ ਵੇਖੋ, ਆਪਾਂ ਸ਼ੁਰੂ ਕਿੱਥੋਂ ਕੀਤਾ? ਜਦੋਂ ਕੌਣ ਪੈਦਾ ਹੋਇਆ? ਯੂਸਫ ਪੈਦਾ ਹੋਇਆ। ਉਦੋਂ ਦੇ ਪਿਤਾ ਨੇ ਕੀ ਕਿਹਾ? ਮੈਨੂੰ ਹੁਣ ਜਾਣਦੇ। ਕਿਉਂ? ਕਿਉਂਕਿ ਯਾਕੂਬ ਨੂੰ ਕੀ ਯਾਦ ਆ ਗਿਆ? ਹੁਣ ਤੁਹਾਨੂੰ ਸਮਝ ਲੱਗੀ ਯਾਕੂਬ ਨੂੰ ਕੀ ਯਾਦ ਆ ਗਿਆ? ਉਹਨੂੰ ਯਾਦ ਆ ਗਿਆ ਕਿ ਉਤਪਤੀ 15 ਵਿੱਚ ਪਰਮੇਸ਼ਰ ਨੇ ਕੀ ਵਾਅਦਾ ਕੀਤਾ ਸੀ ਮੇਰੇ ਦਾਦੇ ਨਾਲ ਕਿ ਚੌਥੀ ਪੀੜ੍ਹੀ 'ਚ ਵਾਪਸ ਆਵੇਗਾ। ਹੁਣ ਉਹਨੂੰ ਕੀ ਲੱਗਦਾ ਕਿ ਦਾਦਾ ਅਬਰਾਹਮ ਕੀ ਹੀ? ਪਹਿਲੀ ਪੀੜ੍ਹੀ। ਪਿਤਾ ਮੇਰਾ ਇਸਾਕ ਦੂਸਰੀ ਪੀੜ੍ਹੀ, ਮੈਂ ਯਾਕੂਬ ਤੀਸਰੀ ਪੀੜ੍ਹੀ, ਤੇ ਹੁਣ ਚੌਥੀ ਪੀੜ੍ਹੀ ਮੇਰਾ ਪੁੱਤਰ ਯਿਸੂ। ਉਹਨੂੰ ਲੱਗਦਾ ਕਿ ਹੁਣ ਯੂਸਫ ਕੀ ਆ? ਚੌਥੀ ਪੀੜ੍ਹੀ। ਕਿਉਂਕਿ ਉਹ ਆਪਣਾ ਪੁੱਤਰ ਕਿਹਨੂੰ ਮੰਨਦਾ ਵਾ? ਯੂਸਫ, ਰਾਹੇਲ ਦੀ ਸੰਤਾਨ। ਉਹਨੂੰ ਹੁਣ ਕੀ ਲੱਗਦਾ ਕਿ ਕਿੰਨੀ ਪੀੜ੍ਹੀ ਹੋ ਗਈਆਂ ਵਾ? 4। ਚੌਥੀ ਪੀੜ੍ਹੀ ਹੋ ਗਈ ਆ। ਤੇ ਪਰਮੇਸ਼ਰ ਨੇ ਕਿਹਾ ਸੀ ਕਿ ਚੌਥੀ ਪੀੜ੍ਹੀ 'ਚ ਵਾਪਸ ਆਣਗੇ। ਹੁਣ ਚੌਥੀ ਪੀੜ੍ਹੀ ਸ਼ੁਰੂ ਹੋ ਗਈ। ਹੁਣ ਮੇਰਾ ਵਾਪਸੀ ਦਾ ਟਾਈਮ ਹੈਗਾ। ਠੀਕ ਹੈ, ਤੁਹਾਨੂੰ ਧਿਆਨ ਨਾਲ ਪੜ੍ਹਨਾ ਪਊਗਾ। ਚੱਲ ਕੀ ਰਿਹਾ ਉਹਦੇ ਲਾਈਫ ਵਿੱਚ? ਕਿਉਂ ਉਹਨੇ ਇੱਦਾਂ ਕਿਹਾ ਕਿ ਹੁਣ ਯੂਸਫ ਜਿਹੜਾ ਪੈਦਾ ਹੋ ਗਿਆ ਤੇ ਹੁਣ ਮੈਂ ਵਾਪਸ ਜਾਣਾ? ਠੀਕ ਹੈ, ਉਹਦੇ ਪਿੱਛੇ ਇੱਕ ਰੀਜ਼ਨ ਹੈਗਾ ਕਿਉਂ। ਅੱਗੇ ਚੱਲੋ ਹੁਣ ਮੇਰੇ ਨਾਲ। ਨਿਰਗਮਨ ਕੂਚ ਦੇ ਵਿੱਚ ਚੈਪਟਰ ਨੰਬਰ
3 3 ਦੀ ਵਰਸ ਨੰਬਰ 16। ਸ਼ਾਹ ਕੇ ਇਸਰਾਇਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਹਾਂਜੀ ਅਤੇ ਉਹਨਾਂ ਨੂੰ ਆਖੀ ਜੋਵਾ ਤੁਹਾਡੇ ਕਿਉਂ ਦਾਦਿਆਂ ਨੇ ਪਰਮੇਸ਼ਵਰ ਅਬਰਾਹਮ ਇਸਹਾਕ ਦੀ ਪੂਜੇ ਪਰਮੇਸ਼ਵਰ ਇਹ ਆਖਦਿਆਂ ਮੈਨੂੰ ਦਰਸ਼ਨ ਦਿੱਤਾ ਕਿ ਹਾਂਜੀ ਮੈਂ ਜ਼ਰੂਰ ਤੁਹਾਡੀ ਖਬਰ ਲਈ ਅਤੇ ਜੋ ਕੁਝ ਮਿਸਰ ਵਿੱਚ ਤੁਹਾਡੇ ਉੱਤੇ ਬੀਤਿਆ ਹੈ ਵੇਖਾਂ। ਹਾਂਜੀ ਮੈਂ ਆਖਿਆ ਹੈ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ ਹਿੱਤੀਆਂ ਮੋਰੀਆਂ ਫਰੀਕੀਆਂ ਹਿੱਤੀਆਂ ਤੇ ਜਬੂਸੀਆਂ ਦੇ ਦੇਸ਼ ਵਿੱਚ ਅਜਿਹੇ ਦੇਸ਼ ਵਿੱਚ ਜਿੱਥੇ ਦੁੱਧ ਅਤੇ ਸ਼ਾਇਦ ਵਗਦਾ ਹੈ ਤਾਂ ਲਿਆਵਾਂਗਾ। ਹਾਂਜੀ ਉਹ ਤੇਰੇ ਬੋਲ ਸੁਣਨਗੇ ਅਤੇ ਤੂੰ ਅਤੇ ਇਸਰਾਇਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾ ਕੇ ਉਹਨਾਂ ਨੂੰ ਆਖਿਓ ਕਿ ਯਹੋਵਾ ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਤੂੰ ਸਾਨੂੰ 3 ਦਿਨਾਂ ਦੇ ਪਹਿਣੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਹੋਵਾ ਆਪਣੇ ਪਰਮੇਸ਼ਵਰ ਲਈ ਗਲੀਆਂ ਚਲਾਈਏ। ਹਾਂਜੀ ਕੀ ਸਮਝ ਲੱਗੀ ਇੱਥੇ ਪਰਮੇਸ਼ਵਰ ਕੀ ਕਹਿੰਦਾ ਪਿਆ ਮੂਸਾ ਨੂੰ? ਕੀ ਕਿਹਾ ਕਿ ਜਾ ਕੇ ਉਹਨਾਂ ਨੂੰ ਕਹਿ ਕਿ ਮੈਂ ਤੁਹਾਨੂੰ ਯਾਦ ਕੀਤਾ, ਮੈਂ ਤੁਹਾਡੀ ਸਾਰੀ ਸੁਣੀ ਆ, ਮੈਂ ਤੁਹਾਨੂੰ ਉੱਥੇ ਲੈ ਕੇ ਜਾਊਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀ ਨਦੀਆਂ ਵਹਿੰਦੀਆਂ। ਉਸ ਤੋਂ ਅੱਗੇ ਪਰ ਮੈਂ ਜਾਣਦਾ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ। ਹਾਂ ਤਕੜੇ ਹੱਥੀ ਵੀ ਨਹੀਂ। ਮੈਂ ਆਪਣਾ ਹੱਥ ਪਸਾਰਾਂਗਾ ਕਿ ਮਿਸਰ ਨੂੰ ਆਪਣੇ ਸਭ ਅਜਰ ਤੇ ਕੰਮਾਂ ਨਾਲ ਜੋ ਮੈਂ ਉਹ ਵਿੱਚ ਵਿਖਾਵਾਂਗਾ ਮਾਰਾਂਗਾ, ਉਹਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ। ਹਾਂਜੀ ਅਤੇ ਮੈਂ ਇਹ ਪਰਚਾ ਲਈ ਮਿਸਰੀਆਂ ਦੀ ਅੱਖਾਂ ਵਿੱਚ ਵਿਆਹ ਪਾਵਾਂਗਾ ਅਤੇ ਇੰਝ ਹੋਵੇਗਾ ਕਿ ਜਦੋਂ ਤੁਸੀਂ ਜੀਵੋਗੇ ਤਾਂ ਜਾਓਗੇ ਤਾਂ ਖਾਲੀ ਹੱਥ ਨਾ ਜਾਓਗੇ, ਸਗੋਂ ਇੱਕ ਤੀਵੀ ਆਪਣੀ ਗਵਾਂਢਣ ਤੋਂ ਅਤੇ ਉਹ ਤੋਂ ਜੋ ਉਹਦੇ ਘਰ ਵਿੱਚ ਰਹਿੰਦੀ ਹੈ ਚਾਂਦੀ ਦੇ ਗਹਿਣੇ ਤੇ ਸੋਨੇ ਦੇ ਗਹਿਣੇ ਅਤੇ ਵਸਤਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤਰਾਂ ਤੇ ਧੀਆਂ ਦੇ ਪਾਓਗੇ ਤੇ ਮਿਸਰੀਆਂ ਨੂੰ ਲੁੱਟ ਲਾਓਗੇ। ਬਸ ਆਮੀਨ। ਹੁਣ ਪਰਮੇਸ਼ਰ ਨੇ ਕੀ ਕਿਹਾ ਇਹਨੂੰ? ਉੱਥੇ ਕੀ ਹੋਊਗਾ? ਉੱਥੋਂ ਤੇ ਨਿਕਲੋਗੇ ਖਾਲੀ ਹੱਥ ਨਿਕਲੋਗੇ, ਫਿਰ ਹੁਣ ਤੁਹਾਨੂੰ ਨਹੀਂ ਜਾਣ ਦਊਗਾ। ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਨਾ, ਪਰਮੇਸ਼ਰ ਨੇ ਸਾਰਾ ਕੁਝ ਖੁੱਲ੍ਹ ਕੇ ਦੱਸਤਾ। ਆਹੀ ਚੀਜ਼ਾਂ ਅੱਗੇ ਜਾ ਕੇ ਹੋਈਆਂ। ਹੁਣ ਜਦੋਂ ਤੁਸੀਂ ਸੋਚੋਗੇ ਜੇ ਤੁਸੀਂ ਮੂਸਾ ਦੀ ਜਗ੍ਹਾ 'ਤੇ ਹੋ ਤੇ ਪਰਮੇਸ਼ਰ ਤੁਹਾਨੂੰ ਆਹ ਸਾਰੀ ਚੀਜ਼ਾਂ ਦੱਸ ਰਿਹਾ ਕਿ ਆਹ ਚੀਜ਼ਾਂ ਉੱਥੇ ਹੋਣੀਆਂ, ਤੁਹਾਡਾ ਜਵਾਬ ਕੀ ਹੋਊਗਾ ਅੱਗੋਂ? ਤੁਸੀਂ ਕੀ ਕਹੋਗੇ? ਹਾਂਜੀ ਨਾ, ਪਰਮੇਸ਼ਰ ਨੇ ਕਿਹਾ ਕਿ ਆਉਣ ਦੇਣਗੇ ਉਹ, ਤੁਸੀਂ ਲੁੱਟ ਕੇ ਲਿਆਓਗੇ। ਹੁਣ ਤੁਹਾਡਾ ਜਵਾਬ ਅੱਗੋਂ ਕੀ ਆਉਣਾ ਚਾਹੀਦਾ? ਸਭ ਕੁਝ ਤੁਹਾਨੂੰ ਪਹਿਲਾਂ ਹੀ ਦੱਸਤਾ ਉੱਥੇ ਕਿ ਉੱਥੇ ਜਾਏਗਾ, ਇੱਦਾਂ ਇੱਦਾਂ ਹੋਊਗਾ, ਤੈਨੂੰ ਪਹਿਲਾਂ ਨਹੀਂ ਜਾਣ ਦੇਣਗੇ, ਫਿਰ ਮੈਂ ਇੰਨੇ ਵੱਡੇ ਕੰਮ ਕਰੂੰਗਾ, ਫਿਰ ਤੁਸੀਂ ਉਹਨਾਂ ਕੋਲ ਸੋਨਾ ਵੀ ਲੁੱਟ ਲਿਆਓਗੇ, ਸਭ ਕੁਝ ਲੁੱਟ ਲਿਆਓਗੇ। ਹੁਣ ਤੁਹਾਡਾ ਜਵਾਬ ਕੀ ਆਉਣਾ ਚਾਹੀਦਾ ਅੱਗੋਂ? ਤੁਸੀਂ ਕੀ ਕਹੋਗੇ? ਪਰਮੇਸ਼ਵਰ ਦੱਸਦਾ ਪਿਆ ਨਾ, ਕੋਈ ਹੋਰ ਨਹੀਂ। ਤੁਹਾਡੇ ਕੋਲ ਕੀ ਆਪਸ਼ਨ ਹੈਗੀ? ਇੱਕ ਤੇ ਕਹੋਗੇ ਆਮੀਨ, ਹੈ ਨਾ, ਮੰਨਣਾ ਪਊਗਾ ਕਿਉਂਕਿ ਇੰਨਾ ਕੁਛ ਪਰਮੇਸ਼ਰ ਦੱਸਦਾ, ਤੁਹਾਨੂੰ ਵਿਸ਼ਵਾਸ ਕਰਨਾ ਪਊਗਾ। ਵਾਅਦਾ ਕਰਨ ਡਿਆ, ਵਾਅਦਾ ਕਰਨ ਦਿਆ, ਉਹਦਾ ਵਾਅਦਾ ਝੂਠਾ ਨਹੀਂ ਹੋਊਗਾ, ਕਲੀਅਰ ਦੱਸਦਾ ਤੁਹਾਨੂੰ ਸਭ ਕੁਝ ਤੇ ਹੋਊਗਾ, ਹੈ ਨਾ। ਬਿਲਕੁਲ। ਪਰ ਅਗਲੀ ਵਰਸ ਵਿੱਚ ਕੀ ਹੁੰਦਾ? ਪਹਿਲੀ ਵਰਸ ਵਿੱਚ ਹੀ 4:1 ਤਾਂ ਮੂਸਾ ਨੇ ਉੱਤਰ ਦਿੱਤਾ ਕਿ ਉਹ ਮੇਰੀ ਪਰਚੀ ਨਾ ਕੱਟਣਗੇ, ਨਾ ਮੇਰੀ ਆਵਾਜ਼ ਸੁਣਨਗੇ, ਸਗੋਂ ਉਹ ਆਖਣਗੇ ਯਹੋਵਾ ਨੇ ਤੈਨੂੰ ਦਰਸ਼ਨ ਨਹੀਂ ਦਿੱਤਾ। ਹਾਂਜੀ ਹੁਣ ਮੂਸਾ ਕੀ ਕਹਿੰਦਾ ਪਿਆ? ਉਹ ਕਹਿੰਦਾ ਨਹੀਂ ਸੁਣਨਗੇ, ਨਾ ਵਿਸ਼ਵਾਸ ਕਰਨਗੇ। ਹੁਣ ਇਹ ਕਿਉਂ ਕਹਿੰਦਾ ਪਿਆ? ਇੱਦਾਂ ਕਿਉਂ? ਚਲੋ ਠੀਕ ਆ, ਤੁਹਾਡੇ ਖਿਆਲ ਹੁਣ ਪਰਮੇਸ਼ਰ ਦਾ ਜਵਾਬ ਹੋਣਾ ਚਾਹੀਦਾ ਗੱਲ ਸੁਣ ਕੇ। ਹੁਣ ਪ੍ਰਭੂ ਨੂੰ ਕੀ ਕਹਿਣਗੇ? ਤੁਹਾਨੂੰ ਕੀ ਲੱਗਦਾ ਵਾ ਪ੍ਰਭੂ ਕੀ ਕਹਿਣਗੇ ਇਹਨੂੰ? ਕਿ ਮੂਸਾ ਮੈਂ ਤੈਨੂੰ ਸਭ ਕੁਝ ਸਾਫ਼ ਦੱਸਤਾ, ਤੂੰ ਵਿਸ਼ਵਾਸ ਤੇ ਕਰ, ਮੈਂ ਤੈਨੂੰ ਕਲੀਅਰ ਦੱਸਤਾ ਨਾ, ਤੂੰ ਵਿਸ਼ਵਾਸ ਕਰ। ਪਰ ਇਦਾਂ ਦਾ ਕੁਛ ਨਹੀਂ ਹੁੰਦਾ। ਪ੍ਰਭੂ ਨੇ ਕਿਹਨੂੰ ਕੀ ਕਿਹਾ 2 ਨੰਬਰ ਵਰਸ ਵਿੱਚ? 4:2 ਤਾਂ ਯਹੋਵਾ ਨੇ ਉਹਨੂੰ ਆਖਿਆ ਹਾਂਜੀ ਤੇਰੇ ਹੱਥ ਵਿੱਚ ਕੀ ਹੈ? ਹਾਂਜੀ ਉਹ ਆਖਿਆ ਲਾਠੀ। ਤਾਂ ਉਹਨੇ ਆਖਿਆ ਇਹਨੂੰ ਧਰਤੀ ਉੱਤੇ ਸੁੱਟ ਦੇ। ਤਾਂ ਉਹਨੇ ਧਰਤੀ ਉੱਤੇ ਸੁੱਟ ਦਿੱਤਾ, ਉਹ ਸੱਪ ਬਣ ਗਿਆ ਤੇ ਮੂਸਾ ਉਸ ਦੇ ਅੱਗੋਂ ਭੱਜਿਆ। ਯਹੋਵਾ ਨੇ ਮੂਸਾ ਨੂੰ ਆਖਿਆ ਆਪਣਾ ਹੱਥ ਵਧਾ ਕੇ ਉਹਨੂੰ ਉੱਚੋਂ ਫੜ ਲੈ। ਤਾਂ ਉਹਨੇ ਆਪਣਾ ਹੱਥ ਵਧਾ ਕੇ ਉਹਨੂੰ ਫੜ ਲਿਆ ਅਤੇ ਉਹਦੇ ਹੱਥ ਵਿੱਚ ਲਾਠੀ ਬਣ ਗਈ। ਆਹ ਲਾਠੀ ਬਣ ਗਈ। ਬਸ ਆਮੀਨ। ਹੁਣ ਕੀ ਹੋਇਆ? ਪਰਮੇਸ਼ਰ ਨੂੰ ਕੀ ਕਿਹਾ? ਹਾਂਜੀ ਪਹਿਲਾਂ ਉਹਨੂੰ ਕੀ ਕਿਹਾ ਪਰਮੇਸ਼ਰ ਨੇ? ਸਭ ਤੋਂ ਪਹਿਲੀ ਚੀਜ਼ ਤੇ ਪਹਿਲਾਂ ਪੁੱਛਿਆ, ਪਹਿਲਾਂ ਕੀ ਪੁੱਛਿਆ? ਤੇਰੇ ਹੱਥ 'ਚ ਕੀ ਆ? ਉਹਨੇ ਕੋ ਕੀ ਜਵਾਬ ਦਿੱਤਾ? ਲਾਠੀ। ਹੁਣ ਤੁਹਾਡੇ ਖਿਆਲ ਪਰਮੇਸ਼ਰ ਨੂੰ ਪਤਾ ਨਹੀਂ ਉਹਦੇ ਹੱਥ 'ਚ ਕੀ ਆ? ਫਿਰ ਕਿਉਂ ਉਹਨੂੰ ਕਿਹਾ ਤੇਰੇ ਹੱਥ 'ਚ? ਪਰ ਆਹ ਗੱਲ ਕਿਉਂ ਕਹਿਣਾ? ਸਿੱਧਾ ਉਹਨੂੰ ਕਹਿੰਦੇ ਕਿ ਛੋਟੀ ਸੁੱਟ ਦੇ ਉੱਥੇ।
ਆਹ ਗੱਲ ਕਿਉਂ ਪੁੱਛੀ ਤੇਰੇ ਹੱਥ 'ਚ ਕੀ ਹੈ? ਤੇ ਧਿਆਨ ਨਾਲ ਨੋਟ ਕਰੋ ਪਿੱਛੇ। ਪਹਿਲਾਂ ਉਹਨੂੰ ਪਿੱਛੇ ਕੀ ਕਿਹਾ ਸੀ ਜਦੋਂ ਮੂਸਾ ਅੱਗੇ ਆਉਂਦਾ ਪਿਆ ਝਾੜੀ ਵੱਲ ਨੂੰ, ਪਰਮੇਸ਼ਰ ਨੇ ਕੀ ਕਿਹਾ ਸੀ ਇਹਨੂੰ? ਆਪਣੇ ਪੈਰਾਂ ਤੋਂ ਅੱਛਾ ਜੁੱਤੀ ਵਿਕ ਗਈ ਹੈ ਕਿ ਜੁੱਤੀ ਪਈ ਆ, ਉਹ ਕਹਿਣਾ ਲਾ ਦੋ। ਸੋਟੀ ਦਾ ਨਹੀਂ ਪਤਾ ਲੱਗਾ ਹਨਾ, ਸੋਟੀ ਹੱਥ 'ਚ ਹੈਗੀ। ਠੀਕ ਹੈ, ਤੇ ਮਤਲਬ ਕੀ ਆ, ਸਟੋਰੀ ਕੁਛ ਹੋਰ ਹੈਗੀ, ਸਭ ਕੁਝ ਪਤਾ ਹੈ ਪਰਮੇਸ਼ਰ ਨੂੰ। ਠੀਕ ਹੈ, ਸਵਾਲ ਕੀ ਆਉਂਦਾ ਉਹਨਾਂ ਨੇ ਇੱਦਾਂ ਕਿਉਂ ਕਿਹਾ, ਤੇਰੇ ਹੱਥ 'ਚ ਕੀ ਆ? ਉਸ ਤੋਂ ਬਾਅਦ ਕੀ ਹੋਇਆ, ਫਿਰ ਆਪਾਂ ਅੱਗੇ ਚੱਲਦੇ ਹਾਂ। ਜਦੋਂ ਉਹਨਾਂ ਨੇ ਉਹਨੇ ਕਿਹਾ ਲਾਠੀ, ਫਿਰ ਕੀ ਹੋਇਆ? ਪਰਮੇਸ਼ਰ ਨੇ ਕੀ ਕਿਹਾ? ਇਹਨੂੰ ਥੱਲੇ ਸੁੱਟ। ਇਹਨੂੰ ਸੁੱਟ ਦੇ। ਫਿਰ ਉਹ ਸੱਪ ਬਣ ਗਈ ਉਹ ਸੱਪ ਬਣ ਗਈ। ਫਿਰ ਤੇ ਮੂਸਾ ਡਰ ਕੇ ਭੱਜਿਆ ਮੂਸਾ ਡਰ ਕੇ ਭੱਜਿਆ। ਤੇ ਖੁਦਾ ਨੇ ਉਹਨੂੰ ਕਿਹਾ ਇਹਨੂੰ ਡਰਨਾ, ਇਹਨੂੰ ਪੁੱਛੋ ਫੜ ਲਾ। ਇਹਨੂੰ ਡਰਨਾ, ਇਹਨੂੰ ਪੁੱਛੋ ਫੜ ਲਾ। ਕਿਹਨੂੰ ਪੁੱਛੋ ਫੜ ਲਾ? ਸੱਪ ਨੂੰ, ਸੱਪ ਇੱਕ ਮਿੰਟ, ਤੁਸੀਂ ਸੱਪ ਨੂੰ ਕਿੱਦਾਂ ਫੜਦੇ ਹੋ? ਹਾਂਜੀ, ਸਿਰ ਤੋਂ। ਸਿਰ ਤੋਂ। ਪਰ ਇੱਥੇ ਕੀ ਲਿਖਿਆ? ਪੂਛ ਤੋਂ ਫੜ। ਪੂਛ ਤੋਂ ਫੜ ਲਾ। ਕਿਉਂ? ਜੇ ਪੂਛ ਨਾ ਫੜੋਗੇ ਫਿਰ ਕੀ ਹੋਊਗਾ? ਵਾਪਸ ਡੰਗ ਮਾਰੇਗਾ। ਵਾਪਸ ਜੰਗ ਮਾਰੂਗਾ। ਪਰ ਇੱਥੇ ਇਦਾਂ ਕਿਉਂ ਕਿਹਾ ਕਿ ਉਹਨੂੰ ਪੂਛ ਤੋਂ ਫੜ ਲਾ? ਉਹ ਪਰਮੇਸ਼ਰ ਦੇ ਹੁਕਮ ਨਾਲ ਬਣਿਆ ਹੈ ਨਾ, ਸੋਟੀ ਤੋਂ ਸੱਪ। ਪਰ ਪੂਛ ਤੋਂ ਕਿਉਂ ਫੜਨਾ ਉਹਨੂੰ? ਜਿੱਥੋਂ ਮਰਜ਼ੀ ਫੜ ਲਓ, ਜਦੋਂ ਉਹਨੇ ਵੜਨ ਡਾਂਗੇ ਨਹੀਂ ਮਾਰਨਾ। ਨਹੀਂ ਮਾਰਦਾ ਪਿਆ ਨਾ ਉਹ ਨਾ। ਮੂਸਾ ਤੇ ਆਲਰੇਡੀ ਭੱਜਦਾ ਪਿਆ, ਪਿੱਛੇ ਨੂੰ ਹੋਣਾ। ਘੁੰਮ ਕੇ ਆਉਣਾ ਪਏਗਾ ਨਾ ਉਹਨੂੰ, ਪੁੱਛੋ। ਤੁਹਾਨੂੰ ਇਹੀ ਦੱਸਣਾ ਚਾਹੁੰਦੇ ਕਿ ਤੂੰ ਇਹਦੇ ਪਿੱਛੇ ਚੱਲ। ਠੀਕ ਹੈ, ਸਵਾਲ ਹੈਗਾ ਇੱਥੇ ਕਿਉਂ? ਸਹੀ ਤਰੀਕਾ ਕੀ ਹੈ ਸੱਪ ਨੂੰ ਫੜਨ ਦਾ? ਉਹਨੂੰ ਕਦੇ ਸਿਰ ਤੋਂ ਨਾ ਫੜੋ। ਜੇ ਸਿਰ ਤੇ ਫੜੋਗੇ ਤੇ ਇੰਜਰੀ ਦੇ ਚਾਂਸ ਹੈਗੇ, ਕਿਉਂਕਿ ਉਹ ਇੱਕਦਮ ਤੁਹਾਨੂੰ ਡੰਗ ਮਾਰ ਸਕਦਾ। ਉਹ ਕਹਿੰਦੇ ਹਮੇਸ਼ਾ ਜਦੋਂ ਸੱਪ ਫੜਨਾ, ਇੱਕ ਤਾਂ ਇਹ ਹਿੱਸਾ ਛੱਡ ਕੇ ਫੇਰ ਫੜੋ, ਮਤਲਬ ਹੈੱਡ ਤੋਂ ਇੱਕ ਤਾਂ ਇਹ ਹਿੱਸਾ ਛੱਡ ਕੇ। ਠੀਕ ਹੈ, ਤਾਂ ਕਿ ਉਹ ਤੁਹਾਨੂੰ ਡੰਗ ਨਾ ਮਾਰ ਸਕੇ। ਤੇ ਜੇ ਤੇ ਪਿੱਛੋਂ ਫੜੋਗੇ, ਛੋਟੇ ਸੱਪ ਨੂੰ ਫੜਨਾ ਉਹਨੂੰ ਪੁੱਛ ਤੋਂ ਫੜ ਲਓ ਪਿੱਛੋਂ, ਜਿਹੜਾ ਛੋਟਾ ਹੈਗਾ। ਪਰ ਜਿਹੜਾ ਵੱਡਾ ਸੱਪ ਉਹਨੂੰ ਕਿੱਦਾਂ ਫੜਨਾ? ਹਮੇਸ਼ਾ ਇੱਕ ਤਾਂ ਹੀ ਛੱਡ ਕੇ। ਠੀਕ ਹੈ, ਹੁਣ ਇੱਥੇ ਪਰ ਕੀ ਆ, ਸੱਪ ਨੂੰ ਕਿੱਦਾਂ ਫੜਦੇ ਪਏ ਹੋ? ਪੂਛ ਤੋਂ। ਇੱਥੇ ਤਾਂ ਪ੍ਰੋਬਲਮ ਹੈਗੀ, ਸੀਰੀਅਸ ਪ੍ਰੋਬਲਮ ਹੈਗੀ। ਪੂਛ ਤੋਂ ਫੜੂਗਾ ਤਾਂ ਫਟਾਫਟ ਆ ਕੇ ਡੰਗ ਮਾਰ ਦੂਗਾ। ਹਾਂਜੀ, ਉਹਨੇ ਮਿੰਟ 'ਚ ਮਾਰਨਾ। ਮਿੰਟ 'ਚ ਮਾਰਨਾ ਹੈ ਨਾ। ਤੇ ਮੂਸਾ ਕਹੂਗਾ ਪ੍ਰਭੂ ਉੱਦਾਂ ਤਾਂ ਮੈਂ ਭੱਜ ਕੇ ਬਚ ਜਾਣਾ ਸੀ, ਤੂੰ ਤਾਂ ਮੈਨੂੰ ਆਪ ਹੀ ਹਸਾਨਾ ਪਿਆ। ਠੀਕ ਹੈ, ਤੂੰ ਤਾਂ ਮੈਨੂੰ ਆਣ ਹੀ ਮਾਰਨ ਤੇ ਲੱਗਾ ਹੈ ਨਾ, ਕਿ ਮੈਨੂੰ ਕਹਿ ਤਾ ਪੁੱਛੋ ਫੜ ਲਾ। ਠੀਕ ਹੈ, ਤੁਹਾਨੂੰ ਸਟੋਰੀ ਸਮਝ ਪੈਣੀ, ਸਟੋਰੀ ਇੱਥੇ ਕੀ ਚੱਲਦੀ ਵੀ। ਇਹਦੇ ਵਿੱਚ ਪ੍ਰੋਫੈਸੀਜ਼ ਹੈਗੀਆਂ, ਚ ਬਹੁਤ ਸਾਰੇ ਭੇਦ ਹੈਗੇ, ਮਤਲਬ ਇੱਕ ਸਟੋਰੀ ਦੇ ਕਿੰਨੇ ਐਂਗਲ ਹੈਗੇ ਜੋ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਇਹਦੇ ਵਿੱਚੋਂ। ਫਿਰ ਉੱਥੇ ਆਵਾਂਗੇ ਆਪਾਂ ਚੌਥੀ ਪੀੜ੍ਹੀ ਕਿੱਦਾਂ ਬਣਦੀ। ਠੀਕ ਹੈ, 2-3 ਹਫ਼ਤੇ ਸ਼ਾਇਦ ਲੱਗਣਗੇ। ਸਭ ਤੋਂ ਪਹਿਲੀ ਚੀਜ਼, ਪਰਮੇਸ਼ਰ ਨੂੰ ਕੀ ਕਿਹਾ? ਸਵਾਲ ਕੀ ਕੀਤਾ ਉਹਨੂੰ? ਤੇਰੇ ਹੱਥ 'ਚ ਕੀ ਆ? ਉਹਨੇ ਕੀ ਕਿਹਾ ਤੂੰ? ਲਾਠੀ। ਠੀਕ ਹੈ, ਲਾਠੀ ਕੀ ਹੁੰਦੀ? ਸੋਟੀ। ਸੋਟੀ। ਹਾਂਜੀ, ਸੋਟੀ, ਛੜੀ, ਸਟਿਕ। ਓਕੇ। ਜੋ ਤੁਸੀਂ ਜ਼ਬੂਰ 23 ਪੜ੍ਹਦੇ ਹੋ, ਉਹਨੇ ਕੀ ਕਿਹਾ ਜ਼ਬੂਰ ਦੇ ਵਿੱਚ? ਤੇਰੀ। ਪਰ ਉਹਨਾਂ ਨੇ ਕਿਹਾ ਕਿ ਸੋਟੀ ਤੇ ਲਾਠੀ ਸੇਮ ਹੁੰਦੀ। ਨਹੀਂ ਨਹੀਂ, ਮੈਂ ਤੁਹਾਨੂੰ ਫਰਕ ਹੈ। ਠੀਕ ਹੈ, ਫਰਕ ਹੈਗਾ। ਹਾਂਜੀ। ਠੀਕ ਹੈ, ਚਲੋ ਮੈਂ ਹੋਰ ਥੋੜਾ ਡੀਪ ਲੈ ਕਰਨਾ। ਇੱਥੇ ਉਹਨੇ ਕਿਹਾ ਲਾਠੀ, ਪਰ ਹੀਬਰੂ 'ਚ ਉਹਨੇ ਵਰਡ ਯੂਜ਼ ਕੀਤਾ, ਉਹਨੇ ਕਿਹਾ ਮਾਤੇ, MATTEH। ਠੀਕ ਹੈ, ਹੁਣ ਮਾਤੇ ਹੀਬਰੂ 'ਚ ਕੀ ਆ? ਇੱਕ ਵਰਡ ਦੇ ਕਿੰਨੇ ਮਤਲਬ ਹੈਗੇ? ਉਹਦਾ ਮਤਲਬ ਹੈਗਾ ਸੋਟੀ ਵੀ ਹੈਗਾ, ਤੇ ਉਹਦਾ ਮਤਲਬ ਹੈਗਾ ਗੋਤਰ। ਕੀ ਹੈ ਜੀ? ਗੋਤਰ, ਟਰਾਈਬ। ਠੀਕ ਹੈ, ਕਿਉਂ ਉਹਨੂੰ ਇੱਦਾਂ ਪੁੱਛਿਆ ਤੇਰੇ ਹੱਥ 'ਚ ਕੀ ਆ? ਸਵਾਲ ਹੀ ਕਿਉਂ? ਕਿਉਂਕਿ ਇਹਨੇ ਉਹ ਜਵਾਬ ਕੀਤਾ ਅੱਗੋਂ, ਮਾਤੇ ਦਾ ਮਤਲਬ ਕੀ ਆ? ਗੋਤਰ। ਪਰਮੇਸ਼ਰ ਨੂੰ ਕੀ ਕਿਹਾ? ਕੀ ਕਰਦੇ? ਕਿਹਨੂੰ ਸੁੱਟਦੇ? ਲਾਠੀ ਨੂੰ। ਪਰ ਹੁਣ ਆਪਾਂ ਗੱਲ ਕੀਤੀ ਲਾਠੀ ਦਾ ਦੂਜਾ ਮਤਲਬ ਕੀ ਆ? ਗੋਤਰ। ਕਿਹੜਾ ਗੋਤਰ ਦੀ ਗੱਲ ਕਰਦੇ ਜੀ? ਉਹਨਾਂ ਨੇ ਕਿਹਨੂੰ ਧਰਤੀ ਤੇ ਸੁੱਟਿਆ ਸੀ? ਪਿੱਛੇ ਦੀ ਸਟੋਰੀਆਂ ਹੋ ਗਈਆਂ, ਉਹਨਾਂ ਨੇ ਕਿਹਨੂੰ ਸੁੱਟਿਆ ਸੀ ਧਰਤੀ 'ਚ? ਯੂਸਫ ਨੂੰ। ਹੁਣ ਪਰਮੇਸ਼ਰ ਕੀ ਕਹਿੰਦਾ ਪਿਆ? ਦੁਬਾਰਾ ਪਲੇ ਕਰ। ਤੂੰ ਕਹਿੰਦਾ ਨਾ ਨਹੀਂ ਵਿਸ਼ਵਾਸ ਕਰਨਗੇ, ਸਟੋਰੀ ਕੁਛ ਹੋਰ ਚੱਲਦੀ ਪਿਆ। ਪ੍ਰਭੂ ਨੂੰ ਸਮਝ ਲੱਗੀ ਮੂਸਾ ਕਿਉਂ ਕਹਿੰਦਾ ਪਿਆ ਵਾ ਕਿ ਨਹੀਂ ਮੰਨਣਗੇ, ਕਿਉਂਕਿ ਮੂਸਾ ਫਿਰ ਉਸੇ ਸਟੋਰੀ 'ਚ ਲੈ ਕੇ ਜਾਂਦਾ ਪਿਆ। ਠੀਕ ਹੈ, ਪਰਮੇਸ਼ਰ ਨੇ ਕੀ ਕਿਹਾ? ਕਿਹਨੂੰ ਸੁੱਟਦੇ? ਯੂਸਫ ਦੀ ਗੋਤਰ ਨੂੰ। ਜਿੱਦਾਂ ਦਾ ਸੁੱਟਿਆ ਵਾ ਉੱਦਾਂ ਹੀ ਸੁੱਟ ਦੁਬਾਰਾ, ਜਿੱਦਾਂ ਦੇ ਪਹਿਲਾਂ ਸੁੱਟਿਆ ਸੀ। ਹੁਣ ਕੀ ਕਰੋ? ਫਿਰ ਦੁਬਾਰਾ ਸੁੱਟ ਦੇ, ਕਿਉਂਕਿ ਮੂਸਾ ਕਿਹੜੇ ਗੋਤਰ 'ਚ ਆਉਂਦਾ ਪਿਆ? ਲੇਵੀ ਦੇ ਗੋਤਰ 'ਚੋਂ। ਉੱਥੇ ਯੂਸਫ ਨੂੰ ਕਿਹਨੇ ਸੁੱਟਿਆ ਸੀ? ਕਿਹਨਾਂ ਨੇ ਸੁੱਟਿਆ ਸੀ? ਸਾਰਿਆਂ ਨੇ ਸੁੱਟਿਆ ਸੀ, ਉਹਨਾਂ 'ਚ ਲੇਵੀ ਵੀ ਸੀ। ਜੀ। ਠੀਕ ਹੈ, ਹੁਣ ਨੂੰ ਕੀ ਕਿਹਾ? ਸੋਟੀ ਨੂੰ ਸੁੱਟ। ਉਹਨੇ ਸੋਟੀ ਨੂੰ ਸੁੱਟਿਆ, ਗੋਤਰ ਨੂੰ ਸੁੱਟਿਆ, ਤੇ ਜਦੋਂ ਉਹ ਕੀ ਬਣ ਗਈ? ਸੱਪ ਬਣ ਗਈ। ਉਹਨਾਂ ਨੇ ਕਿੱਦਾਂ ਸੁੱਟਿਆ ਸੀ ਇਹਨੂੰ, ਯੂਸਫ ਨੂੰ? ਹਾਂਜੀ, ਖੂਨ ਚ ਸੁੱਟਿਆ। ਖੂਹ 'ਚ ਸੁੱਟਿਆ। ਕਿੱਦਾਂ ਸੁੱਟਿਆ ਸੀ? ਕੱਪੜੇ ਉਤਾਰ ਕੇ। ਕੱਪੜੇ ਉਤਾਰ ਕੇ। ਜਦੋਂ ਉਹਨੂੰ ਕੱਪੜੇ ਉਤਾਰ ਕੇ ਸੁੱਟਿਆ, ਤੇ ਉਹ ਕਿਹਦੇ ਵਰਗਾ ਬਣ ਗਿਆ? ਪ੍ਰਭੂ ਯਿਸੂ ਮਸੀਹ ਨਾ, ਕਿਹਦੇ ਵਰਗਾ ਬਣ ਗਿਆ ਉਹ? ਆਦਮ ਵਰਗਾ। ਜਦੋਂ ਉਹਨੂੰ ਧਰਤੀ ਸੁੱਟਿਆ ਗਿਆ, ਉਹ ਇੱਕ ਤਰੀਕੇ ਨਾਲ ਫਿਰ ਸੱਪ ਵਰਗਾ ਜ਼ਾਹਿਰ ਕਰਦਾ ਪਿਆ ਸੀ, ਕਿਉਂਕਿ ਸੱਪ ਦੇ ਵੀ ਕੀ ਨਹੀਂ ਹੁੰਦਾ?
ਕੱਪੜੇ ਨਹੀਂ ਹੁੰਦੇ। ਠੀਕ ਹੈ, ਇੱਕ ਤਰੀਕੇ ਨਾਲ ਵੀ ਸੱਪ ਵਰਗਾ ਸੀ ਤੇ ਉਹਨੂੰ ਧਰਤੀ 'ਤੇ ਕਿੱਦਾਂ ਸੁੱਟਿਆ ਗਿਆ ਸੀ ਕਿ ਇਹਦੇ ਉੱਪਰ ਇਹਨੂੰ ਆਪਾਂ ਹੱਥ ਨਹੀਂ ਕਰਨਾ, ਟੱਚ ਨਹੀਂ ਕਰਨਾ। ਠੀਕ ਹੈ, ਉਹ ਤਾਂ ਦੂਰ ਭੱਜ ਗਏ ਸਾਰਿਆਂ ਨੇ। ਉਸ ਤੋਂ ਬਾਅਦ ਚੋਂ ਇੱਥੇ ਪਰਮੇਸ਼ਰ ਨੇ ਕੀ ਕਿਹਾ ਕੀ ਸੁੱਟ ਗੋਤਰ ਸੁੱਟ ਯੂਸਫ ਵਾਲਾ। ਉਸ ਤੋਂ ਬਾਅਦ ਕੀ ਕਰਨ ਨੂੰ, ਉਸ ਤੋਂ ਬਾਅਦ ਸੱਪ ਬਣ ਗਿਆ ਤੇ ਲਿਖਿਆ ਮੂਸਾ ਕੀ ਕਰਦਾ ਪਿਆ ਵਾ, ਭੱਜ ਗਿਆ, ਉੱਥੋਂ ਡਰ ਕੇ ਭੱਜ ਗਿਆ। ਪਰਮੇਸ਼ਰ ਨੇ ਕੀ ਕਿਹਾ ਨਾ ਭੱਜ। ਨਾ ਭੱਜ। ਕਿਉਂ ਨਾ ਭੱਜ? ਕਿਉਂਕਿ ਇਹ ਕੀ ਆ, ਇਹ ਸੱਪ ਨਹੀਂ ਹੈਗਾ, ਕੀ ਹੈਗਾ, ਇਹ ਤੇਰਾ ਭਰਾ ਵਾ ਭਰਾ ਯੂਸਫ। ਯੂਸਫ। ਕਿਉਂਕਿ ਗੋਤਰ ਦੀ ਗੱਲ ਚੱਲਦੀ ਪਈ ਸਾਰੀ ਸਟੋਰੀ। ਲਾਠੀ ਦੇ ਫਰੰਟ ਵਿੱਚ ਸਿਰ ਪਿਕਚਰ ਹੈਗੀ ਆ, ਮੀਨਿੰਗ ਪਿੱਛੇ ਕੁਝ ਹੋਰ ਹੈਗੇ। ਠੀਕ ਹੈ, ਇਹ ਸੱਪ ਨਹੀਂ ਹੈਗਾ ਕਿ ਤੁਸੀਂ ਉਹਨੂੰ ਉਦੋਂ ਅੱਗੇ ਸੁੱਟਤਾ ਸੀ। ਇਹ ਕੀ ਹੈਗਾ, ਤੇਰਾ ਭਰਾ, ਯੂਸਫ ਤੇਰਾ ਭਰਾ ਵਾ। ਤੁਸੀਂ ਕਿੱਦਾਂ ਨਿਕਲੋਗੇ ਮਿਸਰ ਵਿੱਚੋਂ? ਜੋ ਤੁਸੀਂ ਕੀ ਕੀਤਾ ਸੀ, ਤੁਸੀਂ ਯੂਸਫ ਨੂੰ ਵੇਚਤਾ ਸੀ, ਉਹਨੂੰ ਵੱਖਰਾ ਕਰਤਾ ਸੀ, ਤੁਸੀਂ ਗੁਲਾਮੀ ਚਲੇ ਗਏ। ਹੁਣ ਤੁਸੀਂ ਵਾਪਸ ਕਿੱਦਾਂ ਆਓਗੇ? ਜੋ ਤੁਸੀਂ ਕਿਹਨੂੰ ਵਾਪਸ ਲਿਆਓਗੇ ਨਾਲ? ਯੂਸਫ ਨੂੰ ਜੋ ਤੁਸੀਂ ਵਾਪਸ ਲੈ ਕੇ ਆਓਗੇ, ਉਦੋਂ ਤੁਹਾਡਾ ਛੁਟਕਾਰਾ ਹੋਊਗਾ। ਠੀਕ ਹੈ, ਵਾਪਸ ਇਹਨੂੰ ਚੁੱਕੋ। ਹੁਣ ਕੀ ਲਿਖਿਆ, ਮੂਸਾ ਨੇ ਫਿਰ ਕੀ ਕੀਤਾ? ਮੂਸਾ ਨੇ ਕਿਹਨੂੰ ਚੁੱਕ ਲਿਆ? ਤੋ ਲਾਠੀ ਫੜ ਕਿੱਦਾਂ ਚੁੱਕ ਲਿਆ ਉਹਨੂੰ? ਪੂਛ ਤੋਂ ਫੜ। ਹਾਂਜੀ, ਪੂਛ ਤੋਂ ਫੜ ਲੈ। ਜੇ ਤੁਸੀਂ 5 ਨੰਬਰ ਵਰਸ ਪੜ੍ਹੋਗੇ ਉੱਥੇ ਕੀ ਲਿਖਿਆ? ਤਾਂ ਜੋ ਉਹ ਪ੍ਰਤੀਕ ਕਰਨ ਕਿ ਯਹੋਵਾ ਉਹਨਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਵਰ, ਅਬਰਾਹਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੂਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਨ ਦਿੱਤਾ। ਹੁਣ ਇੱਕ ਮਿੰਟ, ਹੁਣ ਤੇ ਵੇਖਿਆ ਇੱਥੇ ਮੈਂ ਥੋੜੀ ਡਿਫਰੈਂਟ ਲੱਗੀ। ਪੰਜਾਬੀ 'ਚ ਕੁਛ ਹੋਰ ਆ, ਹਿੰਦੀ 'ਚ ਕੁਛ ਹੋਰ। ठीक है, कुछ नहीं मैच हो रहा है। हिंदी क्या लिखा? जब उसने हाथ बढ़ाकर उसको पकड़ा, हाथ बढ़ाकर उसको पकड़ा, तब वह उसके हाथ में फिर लाठी बन गया। बार बार एक वर्ड केड़ा होंदा पिया? हाँ जी, बार बार वर्ड केड़ा होंदा पिया? पकड़ा एक बार आया बस, लाठी ना, फिर पढ़ो, लाठी भी एक बार आया। हाथ कितनी बारी आया? 2 बारी हाथ। ठीक है, क्यों इतने आया? क्योंकि जो तुम उत्पत्ति 37 चैप्टर से जाओगे तो देखोगे इतने कुछ स्पैशल वर्स नंबर 22 नंबर वर्स, 21 नंबर वर्स, 37-21। उत्पत्ति 37-21। हाँ जी। और वे ते सुन के ਉਹਨੂੰ ਉਹਨਾਂ ਦੇ ਹੱਥੋਂ ਬਚਾਇਆ, ਉਹਨਾਂ ਦੇ ਹੱਥੋਂ ਬਚਾਇਆ ਅੱਗੇ ਉਹਨਾਂ ਦੇ ਹੱਥੋਂ ਬਚਾਇਆ ਤੇ ਆਖਿਆ, ਹਾਂਜੀ ਅਸੀਂ ਇਹਨੂੰ ਜਾਨੋਂ ਨਾ ਮਾਰੀਏ। ਹਾਂਜੀ। ਅਤੇ ਲੋਕੇ ਨੇ ਉਹਨਾਂ ਨੂੰ ਆਖਿਆ, ਹਾਂਜੀ ਉਹ ਨਾ ਕਰੋ, ਉਹਨੂੰ ਇਹ ਟੋਏ ਵਿੱਚ ਸੁੱਟ ਦਿਓ ਹਾਂਜੀ ਜਿਹੜਾ ਉਜਾੜ ਵਿੱਚ ਹੈ, ਹਾਂਜੀ। ਪਰ ਉਹਨੂੰ ਹੱਥ ਨਾ ਲਾਓ। ਕੀ ਨਾ ਲਾਓ? ਹੱਥ ਨਾ ਲਾਓ। ਅੱਗੇ ਤਾਂ ਜੋ ਉਹ ਉਸਨੂੰ ਉਹਨਾਂ ਦੇ ਹੱਥੋਂ ਬਚਾ ਕੇ ਉਹਦੇ ਪਿਤਾ ਕੋਲ ਪਹੁੰਚਾਵੇ। ਉਹਨਾਂ ਦੇ ਹੱਥੋਂ ਬਚਾ ਕੇ। ਬਾਰ-ਬਾਰ ਫੇਰ ਕਿਹੜਾ ਵਰਡ ਆਇਆ? ਹੱਥ। ਤੇ ਵੇਖਿਆ ਧਿਆਨ ਨਾਲ ਕੀ ਕਿਹਾ ਸੀ ਉਹਨੇ? ਇਹਨੂੰ ਹੱਥ ਨਾ ਲਾਓ, ਨਾ ਲਾਓ। ਪਰਮੇਸ਼ਰ ਉੱਥੇ ਕੀ ਕਹਿੰਦਾ? ਕੀ ਕਰੋ? ਕਿੱਦਾਂ ਫੜਨਾ ਉਹਨੂੰ? ਹੱਥ ਨਾ ਫੜੋ ਉਹਨੂੰ। ਠੀਕ ਹੈ, ਸੇਮ ਸਟੋਰੀ ਵਾਪਸ ਉਸੇ ਤਰੀਕੇ ਨਾਲ ਛੁਟਕਾਰਾ ਕਿੱਦਾਂ ਹੋਣਾ? ਪਹਿਲਾਂ ਤਾਂ ਕਹਿੰਦੇ ਹੁਣ ਆਪਾਂ ਹੱਥ ਨਹੀਂ ਲਾਣਾ। ਠੀਕ ਹੈ, ਹੁਣ ਕੀ ਹੋਊਗਾ? ਉਹਨੂੰ ਹੱਥ ਨਾਲ ਚੁੱਕ ਲਾ। ਠੀਕ ਹੈ, ਬਾਈਬਲ ਦੱਸਦੀ ਆ ਕਿ ਜਦੋਂ ਲਾਠੀ ਜਿਹੜੀ ਸੀ ਸੱਪ ਬਣ ਗਈ ਤੇ ਮੂਸਾ ਨੇ ਕੀ ਕੀਤਾ? ਮੂਸਾ ਨੇ ਕੀ ਕੀਤਾ? ਭੱਜ ਗਿਆ। ਠੀਕ ਹੈ, ਹੁਣ ਮੇਰੇ ਨਾਲ ਉੱਧਰ ਵੇਖੋ ਜਰਾ ਧਿਆਨ ਨਾਲ। ਦੂਸਰੀ ਸਟੋਰੀ, ਦੂਸਰਾ ਐਂਗਲ, ਜਿਹੜਾ ਦੂਸਰਾ ਭੇਤ, ਕੂਚ ਦੀ ਪੁਸਤਕ ਵਿੱਚ 14 ਚੈਪਟਰ। ਕੂਚ 14 ਚੈਪਟਰ। वर्स नंबर 25। ਅਸੀਂ ਉਹਨਾਂ ਦੇ ਰਥਾਂ ਦੇ ਕਈ ਲਾਭ ਹੁੰਦੇ ਕਿਉਂ ਜੋ ਉਹ ਭਾਰੀ ਕਰਦੇ ਸਨ। ਸੋ ਮਿਸਰੀਆਂ ਨੇ ਆਖਿਆ, ਅਸੀਂ ਇਜ਼ਰਾਈਲ ਦੇ ਅਕੂਲ ਨਾਲ ਚੱਲੀਏ ਕਿਉਂਕਿ ਯਹੋਵਾ ਉਹਨਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ। ਹਾਂਜੀ, ਹੁਣ ਕੀ ਸੀ? ਹੁਣ ਕੌਣ ਭਜਦਾ ਪਿਆ? ਮਿਸਰੀ ਭਜਦੇ ਪਏ। ਕਿਹਦੇ ਸਾਹਮਣੇ? ਇਜ਼ਰਾਈਲੀਆਂ ਦੇ ਸਾਹਮਣੇ। ਕਿਉਂ? ਉਹਨਾਂ ਦੇ ਨਾਲ ਯਹੋਵਾ ਨਾਲ ਆ। ਪਰ ਪਿੱਛੇ ਸਟੋਰੀ ਆਪਾਂ ਕੀ ਵੇਖਿਆ ਸੀ? ਸੱਪ ਹੈਗਾ ਸੀ। ਕੌਣ ਭਜਦਾ ਪਿਆ ਸੀ ਉਤੋਂ? ਮੂਸਾ ਭਜਦਾ ਪਿਆ ਸੀ। ਇੱਥੇ ਕੌਣ ਭਜਦਾ ਪਿਆ ਉਤੋਂ? ਫਿਰੌਨ। ਮਿਸਰੀ ਲੋਕ ਜਿਹੜੇ ਭਜਦੇ ਪਏ ਆ ਕਿਤੋਂ? ਹਾਂਜੀ, ਇਜ਼ਰਾਈਲੀਆਂ ਤੋਂ। ਇਹ ਮਤਲਬ ਕਿ ਇੱਥੇ ਇਜ਼ਰਾਈਲੀ ਕੌਣ ਹੈਗੇ? ਉੱਥੇ ਸੱਪ ਤੋਂ ਮੂਸਾ ਭਜਦਾ ਪਿਆ। ਇੱਥੇ ਸੱਪ ਦਾ ਰੋਲ ਕੌਣ ਪਲੇ ਕਰਦਾ ਪਿਆ?
ਇਜ਼ਰਾਈਲੀ, ਕਿਉਂਕਿ ਭੱਜਦੇ ਕੌਣ ਪਏ ਆ ਉੱਥੋਂ? ਮਿਸਰੀ। ਮੂਸਾ ਦਾ ਰੋਲ ਪਲੇ ਕਰਦਾ ਪਿਆ ਸੌਰੀ ਮਿਸਰੀ ਜਿਹੜੇ ਕਿ ਮੂਸਾ ਰੋਲ ਪਲੇ ਕਰਦੇ ਪਏ, ਤੇ ਸੱਪ ਦਾ ਰੋਲ ਕੌਣ ਪਲੇ ਕਰਦਾ ਪਿਆ? ਯਹੂਦੀ, ਇਜ਼ਰਾਈਲੀ। ਠੀਕ ਹੈ। ਤੇ ਮੂਸਾ ਖੁਦਾ ਦਾ, ਹਾਂਜੀ, ਮੂਸਾ ਖੁਦਾ ਦਾ ਰੋਲ ਅਦਾ ਮੂਸਾ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਸਟੋਰੀ ਲੈ ਜਾਣਾ ਇਸੇ ਸਟੋਰੀ ਵਿੱਚ ਹੀ, ਇਸੇ 14 ਚੈਪਟਰ ਵਿੱਚ ਵਰਸ ਨੰਬਰ 16, 14 ਦੀ 16। 14 ਦੀ 16। ਹਾਂਜੀ ਤੂੰ ਆਪਣਾ ਟਾਂਗਾ ਚੁੱਕ ਹਾਂਜੀ। ਔਰ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਹਾਂਜੀ ਔਰ ਉਸ ਦੇ 2 ਭਾਗ ਕਰ ਦੇ। ਹਾਂਜੀ। ਭਾਈ ਇਸਰਾਇਲ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਥਾਂ ਲੰਘ ਜਾ। ਹੁਣ ਪਰਮਿਸ਼ਨ ਕੀ ਕਿਹਾ? ਤੂੰ ਆਪਣਾ ਕੀ ਕਰ? ਆਪਣੀ ਲਾਠੀ ਚੁੱਕ, ਹਿੰਦੀ 'ਚ ਲਿਖਿਆ ਪੜ੍ਹਦੇ ਆ ਨਾ, ਆਪਣੀ ਲਾਠੀ ਚੁੱਕ ਕੇ ਕੀ ਕਰ? ਸਮੁੰਦਰ ਦੇ ਉੱਤੇ ਹੱਥ, ਸਮੁੰਦਰ ਦੇ ਉੱਪਰ ਕਰ, ਤੇ ਫੇਰ ਕੀ ਹੋਊਗਾ? ਸਮੁੰਦਰ 2 ਪਾਰਟ ਹੋ ਜਾਊਗਾ। ਹੁਣ ਤੁਹਾਡੇ ਖਿਆਲ ਨਾਲ ਕੀ ਹੋਇਆ ਹੋਊਗਾ? ਕਿ ਉਹਨੇ ਕੀ ਕੀਤਾ ਹੋਊਗਾ? ਜਿੱਦਾਂ ਖੁਦਾ ਨੇ ਕਿਹਾ ਕੀਤਾ ਵਾ, ਤੇ ਉਦਾਂ ਇਹਨੇ ਕੀਤਾ ਹੋਊਗਾ, ਹੈ ਨਾ। ਉਹਨੇ ਸੋਟੀ ਅੱਗੇ ਵਧਾਈ ਹੋਊਗੀ, ਤੇ 2 ਪਾਰਟ ਹੋ ਗਿਆ ਹੋਊਗਾ। ਪਰ ਵਰਸ ਨੰਬਰ 21 ਕੀ ਕਹਿੰਦੀ? ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਬਾ ਕੀਤਾ, ਅਤੇ ਯਹੋਵਾ ਨੇ ਤੇਜ਼ ਸੂਰੇ ਦੀ ਹਵਾ ਸਾਰੀ ਰਾਤ ਨੂੰ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ, ਅਤੇ ਸਮੁੰਦਰ ਨੂੰ ਸੁਕਾ ਦਿੱਤਾ, ਤੇ ਪਾਣੀ ਦੇ 2 ਭਾਗ ਹੋ ਗਏ। ਇੱਥੇ ਸੋਟੀ ਕਿੱਥੇ ਗਈ? ਕਿਆ ਕੀ ਕਰ? ਉਹਨੇ ਕੀ ਕੀਤਾ? ਉਹਨੇ ਕੀ ਕੀਤਾ? ਹੱਥ ਲੰਬਾ ਕੀਤਾ ਉਹਨੇ। ਆ ਕੀ ਚੱਲਦਾ ਪਿਆ? ਸੋਟੀ ਤਾਂ ਹੈਗੀ ਨਹੀਂ ਇੱਥੇ। ਤੁਸੀਂ ਕਹੋਗੇ ਨਹੀਂ ਉਹਦੇ ਹੱਥ 'ਚ ਹੈਗੀ ਸੀ ਤਾਂ ਕਰਕੇ, ਹੈ ਨਾ। ਪਰ ਤੁਸੀਂ ਧਿਆਨ ਨਾਲ ਨੋਟ ਕੀਤਾ, ਬਾਰ-ਬਾਰ ਵਰਡ ਕਿਹੜਾ ਹੁੰਦਾ ਪਿਆ ਸੀ? ਪਰਮੇਸ਼ਰ ਕੀ ਕਿਹਾ ਸੀ? ਆਪਣਾ ਕੀ ਕਰ? ਹੱਥ ਕੀ? हाँ, जो 16 नंबर पर लिखा है, और तो अपनी लाठी उठाकर अपना हाथ समुद्र के ऊपर बढ़ा। ठीक है, लाठी चुक के अपना हाथ समुद्र के ऊपर बढ़ा। उन्हें की किया? लाठी नहीं चुकी कला। क्यों? लाठी कितने गई? क्या कुछ हो रही? लाठी कितने गई? मैं करी होर स्टोरी शेयर की थी जिहदे मूसा लड़ाई लड़ता पिया। उन्हें कहा कि मैं सवेरे जाके इदा करूँगा, अपनी लाठी नाल लैके गया। अगली बारी अमालिकियां जो लड़ाई होंदी पई, उत्थे जाके की करता पिया? हत्थ चुकता पिया, प्रेयर करता पिया। इत्थे भी यही स्टोरी चलती पई। क्या उन्होंने की सोटी ना कर, वो की करता पिया? हत्थ वधा के। क्यों? क्योंकि तुहानूं फिर स्टोरी उत्थे जाना पैना, कूच 4 जी पढ़ी कि परमेश्वर की कहा की कर, सोटी की कर, सुट दे। हुण उस तो बाद हत्थ वधा के फड़ ला। ठीक है, हुण मूसा की करता पिया? हत्थ वधा की करता पिया? की फड़दा पिया? ना, इत्थे सप्प फड़ने कोई गल नहीं, इत्थे समुद्र 2 पार्ट हुंदा पिया। ठीक है, स्टोरी सो इत्थे की चलदी पई, तुसीं जे ध्यान रखोगे। मैं तुहानूं फटाफट इत्थे खत्म करना एक चीज़। आपां हुणे वेखिया कि उत्तों भजदे कौन पे आ? मिसरी भजदे पे। ठीक है, तुहाडे ख्याल नाल की होया होगा कि जो 2 पार्ट होया होगा समुद्र, फिर क्या होया होगा? तुसीं इहनूं किद्दां इमेजिन करदे हो? जो समुद्र 2 पार्ट हो गया ना, फिर पानी एक पासे इधर हो गया, एक पासे इधर हो गया, फिर हाँ जी हाँ जी सुक्की जगह हो गई, फिर लोग ये लंघ गए। ठीक है, इदा ही तुम भी इदा सोचते, मैं भी इदा ही सोचता है ना। पर तुम वर्स नंबर 125 की लिखा? हाँ जी, हाँ जी। हुण क्या होया इत्थे? तुसीं की वेखदे पिओ? की होया इत्थे जदों उन्होंने अपने रथ कड्ढे? की हो गए? क्यों भारे चलन लग पे? तुसीं कहा कि हुण जदों उन्होंने अपने रथ कड्ढे, ते जिहड़ा समुद्र का थल्ला पार्ट ही वो की गिल्ली जगह ही, रेतला ही, वो नहीं निकल सके, है ना, इदा फस गए। पर जे वर्स नंबर देखोगे 22-21, वो की लिखा ना 14 देखी इसे चैप्टर की।